जद जुड़न लोकां नाल लोक वोटां नाल वोट बने तद लोकतंत्र दा सिस्टम मतदाता जुड़दे जान बने तद ऐसा नवा कनेक्शन मतदाता जंक्शन हैशटैग मतदाता जंक्शन मतदाता जंक्शन हैशटैग मतदाता जंक्शन। वाह भी राजू, अजकल तो बड़े मजे चल रहे ने बाबा। अपने महल्ले दे अंकल इलैक्शन च खड़े हो रहे ने ते आ देख अंकल ने मैनू आ लेटैसट वॉच आ देख गुट ते बन्नण वाली घड़ी दित्ती आ ते नाले प्रॉमिस कीता कि अपने शहर दे जिन्ने भी जंग ब्लड वोटर्स हैगे आ ना, जे उन्हां दियां मैं वोटां उन्हां नूं पवाऊंगा ਤਾਂ ਉਹ ਉਹਨਾਂ ਨੂੰ ਵੀ ਐਸੀਆਂ ਹੀ ਟੋਪੋ ਟੋਪ ਘੜੀਆਂ ਦਵਾਉਣਗੇ ਹੈਂ। ਅੰਕਲ ਤਾਂ ਮੈਨੂੰ ਹੀਰੋ ਕਹਿ ਕੇ ਬੁਲਾਉਂਦੇ ਆ ਕਿਉਂਕਿ ਮੇਰੇ ਇੰਸਟਾ 'ਤੇ ਬਹੁਤ ਸਾਰੇ ਫੋਲੋਅਰਸ ਨੇ। ਹੁਣ ਮੈਨੂੰ ਵੀ ਅੰਕਲ ਦੇ ਕੰਮ ਆਉਣਾ ਚਾਹੀਦਾ ਰਾਜੂ ਸੇਠ। ਮੈਂ ਤਾਂ ਕਹਿੰਦਾ ਤੂੰ ਵੀ ਚੱਲ, ਉਹ ਤੈਨੂੰ ਵੀ ਟੋਪੋ ਟੋਪ ਵਾਚ ਦਵਾ ਦਈਏ। ਉਹ ਹੀਰੋ ਨਹੀਂ, ਜ਼ੀਰੋ ਹੈ ਤੂੰ ਅੰਗਤ। ਅੰਕਲ ਦੀ ਰੈਪੂਟੇਸ਼ਨ ਪਤਾ ਹੈ ਨਾ ਤੈਨੂੰ, 4 ਵਾਰ ਤਾਂ ਜੇਲ੍ਹ ਜਾ ਚੁੱਕੇ ਨੇ। ਹਰ ਵਾਰੀ ਜਿਵੇਂ ਤਿਵੇਂ ਬਚ ਕੇ ਬਾਹਰ ਆ ਜਾਂਦੇ ਨੇ, ਪਰ ਹਰ ਕਿਸੇ ਨੂੰ ਉਹਨਾਂ ਦੇ ਇਲੀਗਲ ਕੰਮਾਂ ਦੀ ਖਬਰ ਹੈ। ਇਲੈਕਸ਼ਨ ਜਿੱਤ ਕੇ ਉਹ ਸਫੇਦ ਪੋਸ਼ ਬਣਨਾ ਚਾਹੁੰਦੇ ਨੇ, ਤੇਰੇ ਵਰਗੇ ਲੋਕਾਂ ਨੂੰ ਬਹਿਲਾ ਫੁਸਲਾ ਕੇ ਵੋਟ ਲੈਣੀ ਚਾਹੁੰਦੇ ਨੇ। ਸਾਨੂੰ ਇਹੋ ਜਿਹੇ ਕੈਂਡੀਡੇਟਸ ਤੋਂ ਆਪ ਵੀ ਬਚਣਾ ਚਾਹੀਦਾ ਹੈ ਤੇ ਦੇਸ਼ ਨੂੰ ਵੀ ਬਚਾਉਣਾ ਚਾਹੀਦਾ ਹੈ। ਆਪਣੇ ਇੰਸਟਾ ਹੈਂਡਲ ਤੋਂ ਐਸੇ ਕੈਂਡੀਡੇਟਸ ਦੀ ਪੋਲ ਖੋਲ੍ਹ ਕੇ ਸਿਟੀਜ਼ਨਸ ਨੂੰ ਸੁਚੇਤ ਕਰਕੇ ਰੇਡੀਓ ਪ੍ਰੋਗਰਾਮ ਮਾਤਾ ਜੰਕਸ਼ਨ ਤੇ ਐਸੀਆਂ ਕਿੰਨੀਆਂ ਜਾਣਕਾਰੀਆਂ ਹਾਸਿਲ ਕਰਦਾ ਹੈ, ਫੇਰ ਵੀ ਬਹਿਕਾਵੇ ਵਿੱਚ ਆ ਜਾਂਦਾ ਤੂੰ। ਨਮਸਕਾਰ, ਤੁਸੀਂ ਸੁਣੀਏ ਕਨਵਰਸੇਸ਼ਨ। ਐਸੇ ਹਾਲਾਤ ਤੁਹਾਡੇ ਸਾਹਮਣੇ ਵੀ ਆ ਸਕਦੇ ਨੇ ਤੇ ਤੁਸੀਂ ਕਰਨਾ ਕੀ ਹੈ ਇਹ ਵੀ ਅਸੀਂ ਦੱਸਦੇ ਆ ਰਹੇ ਹਾਂ। ਇੱਕ ਵਾਰੀ ਫੇਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮਤਦਾਤਾ ਜੰਕਸ਼ਨ ਵਿੱਚ। ਮੈਂ ਆ ਭਾਰਤੀ ਤੇ ਮੇਰੇ ਨਾਲ ਨੇ ਇੱਕ ਹੋਰ ਜਾਗਰੂਕ ਮਤਦਾਤਾ ਤੇ ਤੁਹਾਡਾ ਦੋਸਤ ਭਾਰਤ। ਨਮਸਕਾਰ ਦੋਸਤੋ, ਪ੍ਰੋਗਰਾਮ ਮਤਦਾਤਾ ਜੰਕਸ਼ਨ 'ਚ ਅਸੀਂ ਲੈ ਕੇ ਆਉਂਦੇ ਹਾਂ ਤੁਹਾਡੇ ਲਈ ਹਰ ਹਫ਼ਤੇ ਮਤਦਾਨ ਤੇ ਵੋਟ ਪਾਉਣ ਦੇ ਅਧਿਕਾਰ ਨਾਲ ਜੁੜੀਆਂ ਢੇਰ ਸਾਰੀਆਂ ਜਾਣਕਾਰੀਆਂ। ਮਤਦਾਤਾਵਾਂ ਦੇ ਅਧਿਕਾਰ ਤੇ ਕੇਂਦਰਿਤ ਮਤਦਾਤਾ ਜੰਕਸ਼ਨ ਦੀ ਇਸ ਕੜੀ 'ਚ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਚੋਣਾਂ ਦੇ ਵਕਤ ਲਾਗੂ ਹੋਣ ਵਾਲੀ ਆਚਾਰ ਸੰਹਿਤਾ ਦੇ ਬਾਰੇ, ਜਿਹਨੂੰ ਮਾਡਲ ਕੋਡ ਆਫ ਕੰਡਕਟ ਵੀ ਕਹਿੰਦੇ ਨੇ। ਮਾਡਲ ਕੋਡ ਆਫ ਕੰਡਕਟ ਯਾਨੀ ਸਾਰੇ ਸਿਆਸੀ ਦਲਾਂ ਦੇ ਲਈ ਚੋਣਾਂ ਦੇ ਦੌਰਾਨ ਬਰਾਬਰ ਦਾ ਮੌਕਾ ਤੇ ਨਿਯਮ ਜਾਂ ਪਲੇਨ ਲੈਵਲ ਪਲੇਇੰਗ। ਮਤਲਬ ਕਿ ਚੋਣਾਂ ਦਾ ਐਲਾਨ ਹੋਣ ਤੋਂ ਹੀ ਦੇਸ਼ ਭਰ ਦੇ ਰਾਜਨੀਤਿਕ ਦਲਾਂ, ਉਹਨਾਂ ਦੇ ਉਮੀਦਵਾਰਾਂ ਦੇ ਨਾਲ-ਨਾਲ तमाम ਸਰਕਾਰੀ ਕਰਮਚਾਰੀਆਂ ਦੇ ਮਾਰਗਦਰਸ਼ਨ ਲਈ ਤੈਅ ਕੀਤੀ ਗਈ ਆਦਰਸ਼ ਆਚਾਰ ਸੰਹਿਤਾ, ਤਾਂ ਕਿ ਪੂਰੀ ਪਾਰਦਰਸ਼ਤਾ ਦੇ ਨਾਲ ਸਾਰਿਆਂ ਲਈ ਇੱਕ ਬਰਾਬਰ ਮੌਕਿਆਂ ਦੀ ਮੌਜੂਦਗੀ ਤੇ ਨਾਲ ਹੀ ਵਾਅਦਿਆਂ ਦੀ ਭਰੋਸੇਯੋਗਤਾ ਦੇ ਹਿੱਤ 'ਚ ਸਾਰੇ ਹੈਲਦੀ ਆਚਰਣ ਨਾਲ ਆਪਣੀ ਭੂਮਿਕਾ ਨਿਭਾਉਣ, ਤਾਂ ਕਿ ਲੋਕਤੰਤਰ ਮਜ਼ਬੂਤ ਹੋਏ। ਤੇ ਸਾਡੇ ਜੰਕਸ਼ਨ ਤੇ ਉਹ ਦੇਖੋ ਆ ਗਏ ਆਪਣੇ ਚੁਣਾਵੀ ਚਾਚਾ ਜੀ। ਆਓ ਆਓ ਚਾਚਾ ਜੀ, ਤੁਹਾਡਾ ਹੀ ਇੰਤਜ਼ਾਰ ਹੋ ਰਿਹਾ ਸੀ। ਅੱਛਾ ਬਈ ਮੈਂ ਤਾਂ ਤੁਹਾਨੂੰ ਮਿਲਣ ਆਉਣਾ ਹੀ ਸੀ। ਤੁਸੀਂ ਦੋਵੇਂ ਤਾਂ ਦਿਸ ਰਹੇ ਹੋ, ਪਰ ਹਾਲੇ ਤੱਕ ਕਲਪਨਾ ਬੇਟੀ ਨਹੀਂ ਆਈ। चाचा जी आप कहे और कल्पना ना आए, ऐसे तो हालात नहीं। ओ देखो ਬਿਲਕੁਲ, ਇਹ ਭਲਾ ਕਿਵੇਂ ਹੋ ਸਕਦਾ ਹੈ? ਸਾਰਿਆਂ ਨੂੰ ਨਮਸਕਾਰ। नमस्कार। ਨਮਸਕਾਰ ਕਲਪਨਾ ਬੇਟੀ। ਹੁਣ ਜਦੋਂ ਜੁਟ ਗਈ ਹੈ ਮੰਡਲੀ, ਤਾਂ ਕਿਉਂ ਨਾ ਗੱਲ ਹੋ ਜਾਏ ਮਤਦਾਤਾ ਫਰੈਂਡਲੀ। ਬਿਲਕੁਲ। ਕਲਪਨਾ ਨੂੰ ਮਤਦਾਤਾ ਜੰਕਸ਼ਨ ਦੇ ਕੋਡ ਆਫ ਕੰਡਕਟ ਦਾ ਪੂਰਾ ਪਤਾ ਹੈ ਚਾਚਾ ਜੀ, ਪਰ ਅੱਜ ਗੱਲ ਕਰਨੀ ਹੈ ਚੋਣਾਂ ਦੇ ਕੋਡ ਆਫ ਕੰਡਕਟ ਦੀ, ਯਾਨੀ ਆਦਰਸ਼ ਆਚਾਰ ਸੰਹਿਤਾ ਦੀ। ਭਾਰਤ ਭਾਰਤੀ ਤੇ ਕਲਪਨਾ, ਜਿਸ ਆਦਰਸ਼ ਆਚਾਰ ਸੰਹਿਤਾ ਦੀ ਗੱਲ ਅੱਜ ਅਸੀਂ ਕਰਨ ਲੱਗੇ ਹਾਂ, ਉਹਦਾ ਸਭ ਤੋਂ ਵੱਡਾ ਪ੍ਰਯੋਜਨ ਹੁੰਦਾ ਹੈ ਕਿਸੇ ਵੀ ਹਾਲਤ ਵਿੱਚ ਕੋਈ ਰਾਜਨੀਤਿਕ ਦਲ, ਉਹਦੇ ਨੇਤਾ ਜਾਂ ਅਧਿਕਾਰੀ ਕਰਮਚਾਰੀ ਆਪਣੇ ਪ੍ਰਭਾਵ ਦਾ ਸਿੱਧੇ ਜਾਂ ਕਿਸੇ ਵੀ ਬਹਾਨੇ ਇਸਤੇਮਾਲ ਕਰਕੇ ਚੋਣਾਂ ਦਾ ਮਾਹੌਲ, ਮਤਦਾਤਾ ਜਾਂ ਮਤਦਾਨ ਨੂੰ ਪ੍ਰਭਾਵਿਤ ਨਹੀਂ ਕਰ ਸਕਦੇ। ਚਾਚਾ ਜੀ, ਧਰਮ, ਜਾਤ, ਨਸਲ ਨਾਲ ਜੁੜੇ ਕਿਸੇ ਵੀ ਤਰੀਕੇ ਦੇ ਸਮੂਹ ਦੇ ਨਾਮ ਤੇ ਵੋਟਾਂ ਮੰਗਣਾ ਵੀ ਆਦਰਸ਼ ਆਚਾਰ ਸੰਹਿਤਾ ਦਾ ਉਲੰਘਣ ਹੀ ਮੰਨਿਆ ਜਾਂਦਾ ਹੈ। ਇੰਨੇ ਸਖਤ? ਬਈ ਇਹ ਸਖਤੀ ਦੀ ਗੱਲ ਨਹੀਂ ਹੈ ਭਾਰਤੀ,
ਸਗੋਂ ਨਿਰਪੱਖਤਾ ਦੀ ਗੱਲ ਹੈ, ਤਾਂ ਕਿ ਚੋਣਾਂ ਲੜ ਰਹੇ ਉਮੀਦਵਾਰ ਨੂੰ ਉਚਿਤ ਹੱਦ ਦੇ ਤਹਿਤ ਹੀ ਆਪਣਾ ਪ੍ਰਚਾਰ ਕਰਨਾ ਪਏ। ਸਮਝ ਗਏ? ਓਏ ਹੁਣ ਅਸੀਂ ਵਿਸਥਾਰ 'ਚ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਆਦਰਸ਼ ਆਚਾਰ ਸੰਹਿਤਾ ਕਿਵੇਂ ਅਪਣਾਈ ਜਾਂਦੀ ਹੈ, ਤੇ ਸਾਡੀ ਕਲਪਨਾ ਬੇਟੀ ਇਹਨੂੰ ਚੰਗੀ ਤਰ੍ਹਾਂ ਨਾਲ ਜਾਣਦੀ ਹੈ। ਕਲਪਨਾ, ਦੱਸ ਤਾਂ ਜ਼ਰਾ ਡਿਟੇਲ 'ਚ ਬੇਟੇ। ਜੀ ਚਾਚਾ ਜੀ, ਜਿਵੇਂ ਚੋਣਾਂ ਦਾ ਐਲਾਨ ਹੋ ਜਾਂਦਾ ਹੈ, ਐਲਾਨ ਤੋਂ ਫੌਰਨ ਬਾਅਦ ਤੋਂ ਮਾਡਲ ਕੋਡ ਆਫ ਕੰਡਕਟ ਲਾਗੂ ਹੋ ਜਾਂਦਾ ਹੈ, ਤਾਂ ਫਿਰ ਉਮੀਦਵਾਰਾਂ ਨੂੰ ਚੋਣਾਂ ਦੇ ਨਾਮਾਂਕਨ ਕਰਨ ਤੋਂ ਬਾਅਦ ਸਾਰਵਜਨਿਕ ਗਤੀਵਿਧੀਆਂ ਨਾਲ ਜੁੜੇ ਮੁੱਦੇ ਚੁੱਕਣ ਦੀ, ਕਿਸੇ ਦੇ ਨਿੱਜੀ ਜੀਵਨ ਦੇ ਸਾਰੇ ਪਹਿਲੂਆਂ ਦੀ ਆਲੋਚਨਾ ਕਰਨ ਤੋਂ ਬਚਣ ਦੀ ਹਿਦਾਇਤ ਦਿੱਤੀ ਜਾਂਦੀ ਹੈ। ਇਹ ਇੱਕ ਕਿਸਮ ਦੀ ਹਿਦਾਇਤ ਹੀ ਹੈ ਜਿਹਨੂੰ ਸਾਰੇ ਦਲ ਤੇ ਸਾਰੇ ਉਮੀਦਵਾਰਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਐਸੀਆਂ तमाम ਗਤੀਵਿਧੀਆਂ ਤੋਂ ਇਮਾਨਦਾਰੀ ਨਾਲ ਪਰਹੇਜ਼ ਕਰਨਗੇ। ਕਲਪਨਾ, ਅਕਸਰ ਇੱਕ ਸ਼ਬਦ ਸੁਣਾਈ ਦਿੰਦਾ ਹੈ, ਭ੍ਰਿਸ਼ਟ ਆਚਰਣ। ਹਾਂ, ਭ੍ਰਿਸ਼ਟ ਆਚਰਣ ਅਪਰਾਧ ਹੈ, ਜਿਵੇਂ ਕਿ ਵੋਟਰਾਂ ਨੂੰ ਲਾਲਚ ਦੇਣਾ, ਪੈਸੇ ਜਾਂ ਸਮਾਨ ਵੰਡਣਾ। ਬਈ ਪ੍ਰੋਗਰਾਮ ਦੇ ਸ਼ੁਰੂਆਤ 'ਚ ਸੁਣਿਆ ਤਾਂ ਸੀ ਕਿ ਕਿਵੇਂ ਅੰਗਦ ਨੂੰ ਕੈਂਡੀਡੇਟ ਘੜੀ ਦਾ ਲਾਲਚ ਦੇ ਰਿਹਾ ਸੀ। ਐਸੇ ਹਾਲਾਤ 'ਚ ਸਾਡੇ ਵੋਟਰਸ ਦੀ ਮਦਦ ਕਰਦਾ ਹੈ ਸੀ ਵਿਜਲ ਐਪ, ਜਿਹਦੇ ਨਾਲ ਮਤਦਾਤਾ ਸਿੱਧੇ ਤੌਰ ਤੇ ਮਤਦਾਨ ਅਧਿਕਾਰੀਆਂ ਨੂੰ ਐਸੀਆਂ ਗਤੀਵਿਧੀਆਂ ਦੀ ਜਾਣਕਾਰੀ ਦੇ ਸਕਦੇ ਨੇ। ਬਈ ਸਾਡੀ ਕਲਪਨਾ ਗੱਲ ਕਰੇ ਤੇ ਕਿਸੇ ਡਿਜੀਟਲ ਐਪ ਦੀ ਗੱਲ ਨਾ ਹੋਏ, ਇਸ ਗੱਲ ਦੀ ਤਾਂ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਸਹੀ ਕਿਹਾ। ਤਾਂ ਕਲਪਨਾ, ਜ਼ਰਾ ਇਹ ਵੀ ਦੱਸੋ ਕਿ ਸੀ ਵਿਜਿਲ ਐਪ ਮਦਦ ਕਿਵੇਂ ਕਰਦਾ ਹੈ ਵੋਟਰਸ ਦੀ? ਜੀ, ਵੋਟਰਸ ਨੂੰ ਡਰਾਉਣਾ, ਧਮਕਾਉਣਾ, ਗਿਫਟਸ ਦੇ ਕੇ ਕਿਸੇ ਕੈਂਡੀਡੇਟ ਨੂੰ ਪ੍ਰਮੋਟ ਕਰਨਾ, ਜਾਲੀ ਵੋਟਾਂ ਪਾਉਣਾ, ਮਤਦਾਨ ਖਤਮ ਹੋਣ ਦੇ ਬਾਅਦ 48 ਘੰਟਿਆਂ 'ਚ ਕੋਈ ਸਾਰਵਜਨਿਕ ਸਭਾ ਆਯੋਜਿਤ ਕਰਨਾ ਹੀ ਭ੍ਰਿਸ਼ਟਾਚਾਰਨ ਹੈ। ਜੇ ਵੋਟਰਾਂ ਨੂੰ ਮਤਦਾਨ ਕੇਂਦਰਾਂ ਤੱਕ ਲਿਜਾਣ ਤੇ ਵਾਪਸ ਘਰ ਪਹੁੰਚਾਉਣ ਲਈ ਕੋਈ ਵੀ ਉਮੀਦਵਾਰ ਵਾਹਨ ਮੁਹੱਈਆ ਕਰਾਉਂਦੇ ਹੈ ਤਾਂ ਇਹ ਵੀ ਭ੍ਰਿਸ਼ਟਾਚਾਰਨ ਹੀ ਹੈ। ਇਹ ਸਭ ਸੀ ਵਿਜਿਲ ਐਪ ਦੇ ਜ਼ਰੀਏ ਇਲੈਕਸ਼ਨ ਕਮਿਸ਼ਨ ਦੇ ਨੋਟਿਸ ਵਿੱਚ ਲਿਆਇਆ ਜਾ ਸਕਦਾ ਹੈ। ਇਹ ਜਾਣਕਾਰੀ ਇਲੈਕਸ਼ਨ ਕਮਿਸ਼ਨ ਵੱਲੋਂ ਗੁਪਤ ਰੱਖੀ ਜਾਂਦੀ ਹੈ, ਇਸ ਲਈ ਡਰਨ ਦੀ ਕੋਈ ਜ਼ਰੂਰਤ ਨਹੀਂ ਹੈ। ਜਾਗਰੂਕ ਮਤਦਾਤਾਵਾਂ ਨੂੰ ਚਾਹੀਦਾ ਹੈ ਕਿ ਐਪ ਨੂੰ ਪਲੇ ਸਟੋਰ ਤੋਂ ਫੌਰਨ ਡਾਊਨਲੋਡ ਕਰ ਲੈਣ। ਤਾਂ ਦੋਸਤੋ, ਸਮਝ ਗਏ ਨਾ? ਸੀ ਵਿਜਿਲ ਐਪ ਨੂੰ ਕਰ ਲਓ ਡਾਊਨਲੋਡ ਤੇ ਹੁਣ ਇਸੇ ਮੌਕੇ ਤੇ ਹੋ ਜਾਏ ਇੱਕ ਜੋਸ਼ ਭਰਿਆ ਗੀਤ। फर्ज हमारा सबसे पहला मत का मतलब जान ले, इसकी ताकत इसकी फितरत अच्छे से पहचान ले। वोट डालना ਤਾਂ ਮਾਤਾ ਜੰਕਸ਼ਨ 'ਚ ਅੱਜ ਗੱਲ ਹੋ ਰਹੀ ਹੈ ਮਾਡਲ ਕੋਡ ਆਫ ਕੰਡਕਟ ਦੇ ਬਾਰੇ। ਗੀਤ ਤੋਂ ਪਹਿਲਾਂ ਆਪਾਂ ਜਾਣਿਆ ਕਿ ਨਿਰਪੱਖ ਚੋਣਾਂ ਕਰਵਾਈਆਂ ਜਾ ਸਕਦੀਆਂ ਨੇ, ਤੇ ਕਲਪਨਾ ਨੇ ਦੱਸਿਆ ਸੀ ਵਿਜਿਲ ਐਪ ਦੇ ਬਾਰੇ। ਕਲਪਨਾ, ਬਹੁਤ ਸਾਰੇ ਨਾਗਰਿਕ ਇਸ ਗੱਲ ਤੋਂ ਪਰੇਸ਼ਾਨ ਹੋ ਜਾਂਦੇ ਨੇ ਕਿ ਉਹਨਾਂ ਦੇ ਘਰਾਂ ਦੀਆਂ ਕੰਧਾਂ ਤੇ ਪੋਲੀਟੀਕਲ ਪਾਰਟੀਆਂ ਵਾਲੇ ਪੋਸਟਰ ਚਿਪਕਾ ਦਿੰਦੇ ਨੇ, ਜਿਹਦੇ ਨਾਲ ਘਰ ਗੰਦਾ ਹੋ ਜਾਂਦਾ ਹੈ। ਕਿ ਕਿਸੇ ਵਿਅਕਤੀ ਦੀ ਇਜਾਜ਼ਤ ਤੋਂ ਬਿਨਾਂ ਉਹਦੀ ਜ਼ਮੀਨ, ਮਕਾਨ ਜਾਂ ਮਕਾਨ ਦੀਆਂ ਕੰਧਾਂ ਤੇ ਝੰਡੇ ਲਾਉਣਾ, ਬੈਨਰ ਟੰਗਣਾ ਜਾਂ ਲਿਖਣਾ, ਕੀ ਇਹਦੇ ਬਾਰੇ ਚੋਣ ਕਮਿਸ਼ਨ ਦਾ ਮਾਡਲ ਕੋਡ ਆਫ ਕੰਡਕਟ ਕੁਝ ਕਹਿੰਦਾ ਹੈ? ਬਿਲਕੁਲ ਕਹਿੰਦਾ ਹੈ। ਬਿਨਾਂ ਕਿਸੇ ਦੀ ਇਜਾਜ਼ਤ ਦੇ ਉਹਦੇ ਘਰ ਦੀਆਂ ਕੰਧਾਂ ਤੇ ਪੋਸਟਰਸ ਲਗਾਉਣ ਦਾ ਤੇ ਕੋਈ ਸਵਾਲ ਹੀ ਨਹੀਂ ਉੱਠਦਾ। ਇਹਦੇ ਨਾਲ ਚੋਣਾਂ ਦੇ ਦੌਰਾਨ ਕਿਸੇ ਆਯੋਜਿਤ ਸਭਾ ਜਾਂ ਜਲੂਸ 'ਚ ਰੁਕਾਵਟ ਪਾਉਣਾ ਜਾਂ ਉਹਨੂੰ ਭੰਗ ਕਰਨ ਦੀ ਕੋਸ਼ਿਸ਼ ਕਰਨਾ ਵੀ ਗਲਤ ਹੈ। ਇੰਨਾ ਹੀ ਨਹੀਂ, ਕਿਸੇ ਪੋਲੀਟੀਕਲ ਪਾਰਟੀ ਦੇ ਵਰਕਰ ਜਾਂ ਉਹਦੇ ਸਮਰਥਨ ਹੋਰ ਪੋਲੀਟੀਕਲ ਪਾਰਟੀ ਵੱਲੋਂ ਆਯੋਜਿਤ ਸਾਰਵਜਨਿਕ ਸਭਾ 'ਚ ਮੂੰਹ ਜ਼ੁਬਾਨੀ ਜਾਂ ਲਿਖਿਤ ਸਵਾਲ ਪੁੱਛ ਕੇ ਜਾਂ ਆਪਣੀ ਪਾਰਟੀ ਦੇ ਪਰਚੇ ਵੰਡ ਕੇ ਉਸ ਸਭਾ 'ਚ ਰੁਕਾਵਟ ਪਾਉਂਦੇ ਨੇ ਤਾਂ ਐਸਾ ਕਰਨਾ ਵੀ ਅਪਰਾਧ ਹੈ। ਪਤਾ ਹੈ, ਆਚਾਰ ਸੰਹਿਤਾ ਸਿਰਫ ਸਭਾਵਾਂ 'ਚ ਹੀ ਲਾਗੂ ਨਹੀਂ ਹੁੰਦਾ। ਤਾਂ ਫਿਰ ਕੀ ਜਲੂਸ ਕੱਢਣ ਦੇ ਵੀ ਨਿਯਮ ਤੈਅ ਨੇ ਤੇ ਮਤਦਾਨ ਦੇ ਦਿਨ ਆਚਰਣ ਸਭ ਤੋਂ ਵੱਧ ਜ਼ਰੂਰੀ ਹੈ। ਜਲੂਸ ਨਾਲ ਜੁੜੇ ਨਿਯਮ ਦੀ ਚਰਚਾ ਬਾਅਦ 'ਚ ਕਰਾਂਗੇ। ਸਭ ਤੋਂ ਪਹਿਲਾਂ ਮਤਦਾਨ ਵਾਲੇ ਦਿਨ ਦੇ ਆਚਰਣ ਉੱਪਰ ਰੋਸ਼ਨੀ ਪਾਉਣਗੇ ਭਾਰਤ ਚੋਣ ਕਮਿਸ਼ਨ ਦੇ ਡਿਪਟੀ ਇਲੈਕਸ਼ਨ कमिश्नर श्री अजय पादू। मॉडल कोड ऑफ कंडक्ट अर्थात आदर्श आचार संहिता राजनीतिक दलों और प्रत्याशियों के मार्गदर्शन के लिए निर्धारित किए गए नियमों का एक ऐसा समूह है जिसे राजनीतिक दलों की सहमति से तैयार किया गया है और उसका अक्षरशः पालन करने के लिए इन सभी ने सहमति भी दी है। भारत निर्वाचन आयोग भारत के संविधान के अनुच्छेद 324 के अधीन संसद
और राज्य विधानमंडलों के लिए स्वतंत्र, निष्पक्ष और शांतिपूर्ण निर्वाचनों के लिए आयोजन के लिए केंद्र तथा राज्यों में राजनीतिक दलों और निर्वाचन लड़ने वाले अभ्यर्थियों इनके द्वारा इसका अनुपालन सुनिश्चित कराता है। यह भी सुनिश्चित किया जाता है कि निर्वाचन के प्रयोजन के लिए शासन तंत्र का दुरुपयोग ना हो। किसी भी प्रकार का निर्वाचन अपराध, कदाचार और भ्रष्ट आचरण जैसे मतदाताओं को लालच देना, धमकाना और भयभीत करना जैसी गतिविधियों को हर प्रकार से रोका जाता है। उल्लंघन के मामले में उचित उपाय भी किए जाते हैं। आदर्श आचार संहिता को निर्वाचन की घोषणा की तारीख से लागू किया जाता है और यह निर्वाचन प्रक्रिया के पूरे होने तक उस निर्वाचन क्षेत्र में लागू रहती है। ਕਿੰਨੀ ਅੱਛੀ ਤੇ ਸਟੀਕ ਜਾਣਕਾਰੀ ਦਿੱਤੀ ਭਾਰਤ ਚੋਣ ਕਮਿਸ਼ਨ ਦੇ ਡਿਪਟੀ ਇਲੈਕਸ਼ਨ ਕਮਿਸ਼ਨਰ ਅਜੇ ਭਾਦੂ ਜੀ ਨੇ। ਚਾਚਾ ਜੀ, ਰਾਜਨੀਤਿਕ ਪਾਰਟੀਆਂ ਦੀ ਭੂਮਿਕਾ ਅਹਿਮ ਹੁੰਦੀ ਹੈ, ਤਾਂ ਰੂਲਿੰਗ ਪਾਰਟੀ ਵੀ ਆਪਣੇ ਆਚਰਣ ਦਾ ਪਾਲਣ ਕਰਦੀ ਹੋਏਗੀ। ਇਸ ਬਾਰੇ ਤਾਂ ਤੁਹਾਨੂੰ ਹੀ ਦੱਸਣਾ ਪਏਗਾ। ਸੱਤਾਧਾਰੀ ਦਲ ਯਾਨੀ ਰੂਲਿੰਗ ਪਾਰਟੀ ਦੇ ਆਚਰਣ ਬੇਹੱਦ ਸੰਭਲੇ ਹੋਏ ਹੁੰਦੇ ਨੇ। ਮੰਤਰੀ ਆਪਣੇ ਸਰਕਾਰੀ ਦੌਰਿਆਂ ਨੂੰ ਚੋਣਾਂ ਸੰਬੰਧੀ ਕੰਮਾਂ ਨਾਲ ਨਹੀਂ ਜੋੜ ਸਕਦੇ। ਸਰਕਾਰੀ ਜਹਾਜ਼ਾਂ ਤੇ ਵਾਹਨਾਂ ਸਮੇਤ ਸਰਕਾਰੀ ਪਰਿਵਹਨ, ਮਸ਼ੀਨਰੀ ਜਾਂ ਕਰਮਚਾਰੀਆਂ ਦਾ ਇਸਤੇਮਾਲ ਨਹੀਂ ਕਰ ਸਕਦੇ। ਚੋਣ ਸਭਾਵਾਂ ਆਯੋਜਿਤ ਕਰਨ ਲਈ ਮੈਦਾਨਾਂ ਵਗੈਰਾ ਜਿਵੇਂ ਸਾਰਵਜਨਿਕ ਥਾਵਾਂ ਤੇ ਹਵਾਈ ਉਡਾਨਾਂ ਲਈ ਹੈਲੀਪੈਡ ਦੇ ਇਸਤੇਮਾਲ ਤੇ ਕਿਸੇ ਦਾ ਏਕਾਧਿਕਾਰ ਨਹੀਂ ਰਹਿੰਦਾ। ਰੈਸਟ ਹਾਊਸਿਸ, ਡਾਕ ਬੰਗਲਿਆਂ ਜਾਂ ਹੋਰ ਸਰਕਾਰੀ ਨਿਵਾਸਾਂ ਉੱਪਰ ਸੱਤਾਧਾਰੀ ਦਲ ਜਾਂ ਉਹਨਾਂ ਦੇ ਵਰਕਰਸ ਦਾ ਹੀ ਏਕਾਧਿਕਾਰ ਨਹੀਂ ਰਹਿੰਦਾ। ਚਾਚਾ ਜੀ, ਉਮੀਦਵਾਰ ਨੂੰ ਆਪਣਾ ਪ੍ਰਚਾਰ ਕਰਨ ਲਈ ਕੀ ਪ੍ਰਬੰਧ ਕੀਤਾ ਗਿਆ ਹੈ? ਭਈ ਸਾਰਵਜਨਿਕ ਰਾਜਕੋਸ਼ ਦੀ ਲਾਗਤ ਤੇ ਅਖਬਾਰਾਂ ਜਾਂ ਹੋਰ ਮੀਡੀਆ ਵਿੱਚ ਵਿਗਿਆਪਨ ਪ੍ਰਕਾਸ਼ਿਤ ਕਰਨ ਤੇ ਚੋਣਾਂ ਦੇ ਸਮੇਂ ਦੌਰਾਨ ਪੱਖਪਾਤ ਵਾਲੀ ਕਵਰੇਜ ਲਈ ਰਾਜਨੀਤਿਕ ਖਬਰਾਂ ਦਾ ਸਰਕਾਰੀ ਮਾਸ ਮੀਡੀਆ ਦਾ ਦੁਰਉਪਯੋਗ ਤੇ ਸੱਤਾਧਾਰੀ ਦਲ ਦੀਆਂ ਸੰਭਾਵਨਾਵਾਂ ਨੂੰ ਵਧਾਉਣ ਦੇ ਨਜ਼ਰੀਏ ਨਾਲ ਉਹਨਾਂ ਦੀਆਂ ਕਾਮਯਾਬੀਆਂ ਦੇ ਸੰਬੰਧ 'ਚ ਪ੍ਰਚਾਰ ਨਹੀਂ ਕਰ ਸਕਦੇ। ਹੋਰ ਕੋਈ ਖਾਸ ਗੱਲ ਚਾਚਾ ਜੀ? ਭਈ ਕੇਂਦਰ ਜਾਂ ਰਾਜ ਸਰਕਾਰ ਦੇ ਮੰਤਰੀ ਬਤੌਰ ਪਾਰਟੀ ਵਰਕਰ ਜਾਂ ਵੋਟਰ ਜਾਂ ਫਿਰ ਕਿਸੇ ਅਥਾਰਟੀ ਦੀ ਹੈਸੀਅਤ ਨਾਲ ਕਿਸੇ ਮਤਦਾਨ ਕੇਂਦਰ ਜਾਂ ਮਤਗਣਨਾ ਕੇਂਦਰ ਵਾਲੀ ਜਗ੍ਹਾ ਤੇ ਪ੍ਰਵੇਸ਼ ਨਹੀਂ ਕਰ ਸਕਦੇ। ਮੰਤਰੀ ਕਿਸੇ ਵੀ ਰੂਪ 'ਚ ਕੋਈ ਮਾਲੀ ਅਨੁਦਾਨ ਜਾਂ ਇਹਦੇ ਬਾਰੇ ਕੋਈ ਐਲਾਨ ਨਹੀਂ ਕਰ ਸਕਦੇ। ਯੋਜਨਾਵਾਂ ਦੇ ਨੀਂਹ ਪੱਥਰ ਵੀ ਨਹੀਂ ਰੱਖ ਸਕਦੇ। ਇਹ ਤਾਂ ਸੀ ਗੱਲਾਂ ਆਦਰਸ਼ ਆਚਾਰ ਸੰਹਿਤਾ ਬਾਰੇ। ਮਤਦਾਨ ਵਰਗੇ ਲੋਕਤੰਤਰ ਦੇ ਤਿਉਹਾਰ ਨੂੰ ਕਾਮਯਾਬ ਬਣਾਉਣ ਦੇ ਲਈ ਇਹ ਸ਼ਰਤਾਂ ਬੜੀ ਸ਼ਰਧਾ ਤੇ ਨਿਯਮਬੱਧ ਹੋ ਕੇ ਦੇਸ਼ ਦੇ ਹਰੇਕ ਨਾਗਰਿਕ ਵੱਲੋਂ ਮੰਨੀਆਂ ਜਾਂਦੀਆਂ ਨੇ। ਤੇ ਹੁਣ ਵਾਰੀ ਹੈ ਪਿਛਲੇ ਐਪੀਸੋਡ 'ਚ ਪੁੱਛੇ ਗਏ ਸਵਾਲ ਤੇ ਉਹਦੇ ਜਵਾਬ ਦੀ। ਸਾਡਾ ਸਵਾਲ ਸੀ ਕਿ EVM ਰਾਹੀਂ ਕਿਸ ਸਾਲ ਦੀਆਂ ਲੋਕ ਸਭਾ ਚੋਣਾਂ 'ਚ ਵੋਟ ਪਾਉਣ ਦਾ ਮੌਕਾ ਪੂਰੇ ਦੇਸ਼ ਵਿੱਚ ਸ਼ੁਰੂ ਕੀਤਾ ਗਿਆ ਤੇ ਇਸ ਦਾ ਸਹੀ ਜਵਾਬ ਹੈ ਸਾਲ 2004 ਦੀਆਂ ਲੋਕ ਸਭਾ ਚੋਣਾਂ ਤੋਂ। ਦੇਸ਼ ਭਰ ਤੋਂ ਇਸ ਸਵਾਲ ਦੇ 13 ਜਵਾਬ ਮਿਲੇ ਨੇ। ਸਹੀ ਜਵਾਬ ਦੇਣ ਵਾਲਿਆਂ ਚੋਂ ਲੱਕੀ ਡਰਾ ਰਾਹੀਂ ਕੱਢੇ ਗਏ ਲੱਕੀ ਵਿਨਰ ਨੇ ਜੰਮੂ ਕਸ਼ਮੀਰ ਡਿਸਟ੍ਰਿਕਟ ਬੁਡਗਮ ਦੇ ਰਹਿਣ ਵਾਲੇ ਰਈਸ ਅਹਿਮਦ ਬਾਂਗਰੂ। ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ। ਤੇ ਹੁਣ ਅੱਜ ਦਾ ਸਵਾਲ, ਚੋਣਾਂ ਲਈ MCC ਯਾਨੀ ਆਦਰਸ਼ ਆਚਾਰ ਸੰਹਿਤਾ ਕਿਸ ਦਿਨ ਜਾਂ ਤਾਰੀਖ ਤੋਂ ਲਾਗੂ ਹੋ ਜਾਂਦੀ ਹੈ? ਸਵਾਲ ਇੱਕ ਵਾਰੀ ਫਿਰ ਤੋਂ ਸੁਣ ਲਓ। ਚੋਣਾਂ ਦੇ ਲਈ MCC ਯਾਨੀ ਕਿ ਆਦਰਸ਼ ਆਚਾਰ ਸੰਹਿਤਾ ਕਿਸ ਦਿਨ ਜਾਂ ਤਾਰੀਖ ਤੋਂ ਲਾਗੂ ਹੋ ਜਾਂਦੀ ਹੈ? ਆਪਣਾ ਜਵਾਬ ਭੇਜ ਦਿਓ ਜਲਦੀ ਤੋਂ ਜਲਦੀ। ਸਾਡਾ WhatsApp ਨੰਬਰ ਹੈ 9999031950। ਅੱਛਾ ਜੀ, ਤਾਂ ਹੁਣ ਸਾਡੇ ਚੱਲਣ ਦਾ ਵਕਤ ਆ ਗਿਆ। ਤਾਂ ਅਗਲੇ ਹਫਤੇ ਇਸੇ ਵਕਤ ਆਪਾਂ ਫਿਰ ਮਿਲਾਂਗੇ ਇਸੇ ਮੀਟਿੰਗ ਪੁਆਇੰਟ ਤੇ ਢੇਰ ਸਾਰੀਆਂ ਜਾਣਕਾਰੀਆਂ ਦੇ ਨਾਲ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਨਮਸਕਾਰ। ਜਦ ਜੁੜਨ ਲੋਕਾਂ ਨਾਲ ਲੋਕ ਵੋਟਾਂ ਨਾਲ ਵੋਟ ਬਣੇ ਤਦ ਲੋਕਤੰਤਰ ਦਾ ਸਿਸਟਮ ਮਤਦਾਤਾ ਜੁੜਦੇ ਜਾਣ ਬਣੇ ਤਦ ਐਸਾ ਨਵਾਂ ਕਨੈਕਸ਼ਨ ਮਤਦਾਤਾ ਜੰਕਸ਼ਨ #।